सत श्रीकाल दोस्तों, ਤੁਹਾਡਾ बहुत-बहुत स्वागत है आउटलुक IAS ਵਿੱਚ। एंड एज पर माई प्रॉमिस आई एम कंटिन्यूइंग कवरिंग ऑल द प्रीवियस न्यूज़पेपर्स और जो भी रह जाएगा या जो भी पेंडिंग होएगा वो ਤੁਹਾਨੂੰ ਕੱਲ मॉर्निंग टाइम तक या विद इन द नैक्सट डे मैं अपलोड कर ਦਾਂਗੀ। ਚਲੋ ਲਾਸਟ ਵੀਡੀਓ ਦੇ ਵਿੱਚ ਜਿਵੇਂ ਮੈਂ ਇੱਕ ਟੌਪਿਕ ਡਿਸਕਸ ਕਰ ਰਹੀ ਸੀ ਅਬਾਊਟ ਨੈਸ਼ਨਲ ਕਮਿਸ਼ਨ ਫॉर SC and ST ਐਂਡ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਇਫ ਯੂ ਨੋ ਐਨੀਥਿੰਗ ਅਬਾਊਟ ਨੈਸ਼ਨਲ ਕਮਿਸ਼ਨ ਆਫ BC ਤੇ ਮੈਨੂੰ ਜ਼ਰੂਰ ਕਮੈਂਟ ਸੈਕਸ਼ਨ 'ਚ ਦੱਸਣਾ। चलो ਅਸੀਂ ਇਹ ਦੋ ਇੰਪੋਰਟੈਂਟ ਬਾਡੀਜ਼ ਨੂੰ ਡਿਸਕਸ ਕਰਦੇ ਹਾਂ। ਜੇ ਅਸੀਂ ਦੇਖੀਏ ਨੈਸ਼ਨਲ ਕਮਿਸ਼ਨ ਫॉर SC ਐਂਡ ST ਦੀ ਤੇ SC ਦੀ ਜੋ ਕਮਿਸ਼ਨ ਹੈ ਇਹ ਅੰਡਰ ਆਰਟੀਕਲ 338 ਦੇ ਅੰਡਰ ਆਂਦਾ ਹੈ ਇੰਡੀਅਨ ਕਨਸਟੀਟਿਊਸ਼ਨ ਵਿੱਚ ਤੇ ਇਹ ਕਨਸਟੀਟਿਊਸ਼ਨਲ ਬਾਡੀ ਹੈ। ਕਦੀ ਕਦੀ ਡਾਇਰੈਕਟ ਕੁਐਸਚਨ ਆ ਜਾਂਦਾ ਹੈ ਕਿ ਇਜ਼ ਇਟ ਅ ਕਨਸਟੀਟਿਊਸ਼ਨ ਬਾਡੀ, ਨਾਨ ਕਨਸਟੀਟਿਊਸ਼ਨ ਬਾਡੀ, ਸਟੈਚੂਟਰੀ ਬਾਡੀ। ਸੋ ਯੂ ਮਸਟ ਬੀ ਅਵੇਅਰ ਆਫ these ਫੈਕਟਸ। ਔਰ ਇਹ ਚੇਅਰਮੈਨ, ਵਾਈਸ ਚੇਅਰਮੈਨ ਤੇ 3 ਹੋਰ ਮੈਂਬਰਸ ਦੀ ਕਨਸਟੀਟਿਊਟ ਹੁੰਦਾ। ਹੁਣ ਜਿਵੇਂ ਨਿਊਜ਼ ਇਹ ਸੀਗੀ ਕਿ यूपी ਦੇ ਵਿੱਚ ਇਹਨਾਂ ਦੀ ਜੋ ਜਗ੍ਹਾ ਸੀ ਵੈਕੈਂਸੀ ਹੀ ਉਹ ਖਾਲੀ ਹੈ ਅਜੇ ਵੀ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਦੀ। ਸੋ ਦੈਟ ਵਾਸ ਦ ਨਿਊਜ਼ ਐਕਚੁਅਲੀ। ਸੋ ਇਹਨੂੰ ਅਪਾਇੰਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੇ ਦੁਆਰਾ ਅੰਡਰ ਵਾਰੰਟ ਅੰਡਰ ਹਿਜ਼ ਹੈਂਡ ਐਂਡ ਸੀਲ। ਇੱਕ ਹੋਰ ਬਾਡੀ ਹੁੰਦੀ ਹੈ ਕਨਸਟੀਟਿਊਸ਼ਨ ਬਾਡੀ ਹੈ ਜਿਸ ਨੂੰ ਪ੍ਰੈਜ਼ੀਡੈਂਟ ਹੀ ਅਪਾਇੰਟ ਕਰਦੇ ਨੇ ਬਾਈ ਵਾਰੰਟ ਅੰਡਰ ਹਿਜ਼ ਹੈਂਡ ਐਂਡ ਸੀਲ। ਉਸ ਦਾ ਨਾਮ ਇਹਨੂੰ ਕਮੈਂਟ ਸੈਕਸ਼ਨ 'ਚ ਦੱਸੋ। ਸੋ ਇਹਦਾ ਜੋ ਟੈਨਿਓਰ ਹੈ ਉਹ ਫਿਕਸ ਨਹੀਂ ਹੁੰਦਾ, ਉਹ ਪ੍ਰੈਜ਼ੀਡੈਂਟ ਹੀ ਡਿਟਰਮਿਨ ਕਰਦੇ ਨੇ ਤੇ ਇਹਨਾਂ ਕੋਲ ਸਿਵਲ ਕੋਰਟਸ ਦੀ ਪਾਵਰ ਹੁੰਦੀ ਹੈ ਤੇ ਇਹ ਅਰਾਊਂਡ ਇਹਨਾਂ ਦਾ ਰੂਲ ਜੋ ਹੁੰਦਾ ਹੈ ਰੂਲ ਦੇ ਅਕੋਰਡਿੰਗ ਇਹਨਾਂ ਦਾ ਆਫਿਸ ਜੋ ਹੈ 3 ਸਾਲ ਤੱਕ ਹੁੰਦਾ ਮਿਨੀਮਮ। ਬਟ ਇਹ ਜੋ ਚੀਜ਼ ਹੈ ਉਹ ਚੇਂਜ ਹੋ ਸਕਦੀ ਹੈ ਪ੍ਰੈਜ਼ੀਡੈਂਟ ਦੁਆਰਾ ਪਲਸ ਇਟਸ ਨਾਟ ਇਨ ਅ ਕਨਸਟੀਟਿਊਸ਼ਨ ਐਕਟ। ਠੀਕ ਹੈ ਫਰੈਂਡਸ। ਸੋ ਇਹਨਾਂ ਦੇ ਜੋ ਫੰਕਸ਼ਨਸ ਨੇ ਇਨਵੈਸਟੀਗੇਟ ਕਰ ਸਕਦੇ ਨੇ, ਮੋਨੀਟਰ ਕਰਦੇ ਨੇ ਕੋਈ ਵੀ ਇਸ਼ੂ ਹੋਏ ਸ਼ਡਿਊਲ ਕਾਸਟ ਦੇ ਅੰਡਰ ਔਰ ਕੋਈ ਵੀ ਕੰਪਲੇਂਟਸ ਨੇ ਉਹਨਾਂ ਨੂੰ ਇਨਕੁਆਇਰ ਕਰਦੇ ਨੇ ਐਂਡ ਆਲ ਸੱਚ ਥਿੰਗਸ। ਇਹ ਤੁਸੀਂ ਖੁਦ ਦੇਖ ਲੈਣਾ। ਜੇ ਅਸੀਂ ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਟ੍ਰਾਈਬਸ ਦੀ ਗੱਲ ਕਰੀਏ ਤੇ ਇਹਨਾਂ ਦੀਆਂ ਪਾਵਰਸ ਔਰ ਇਹਨਾਂ ਦੀਆਂ ਪ੍ਰੋਵੀਜ਼ਨਸ ਤੇ ਸੇਮ ਹੁੰਦੀਆਂ ਬਟ ਅੰਡਰ ਇਹ ਐਕਚੁਅਲੀ ਪਹਿਲਾਂ ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਕਾਸਟ ਦੇ ਅੰਡਰ ਹੀ ਆਂਦਾ ਸੀ ਬਟ 89th ਕਨਸਟੀਟਿਊਸ਼ਨਲ ਅਮੈਂਡਮੈਂਟ ਤੋਂ ਬਾਅਦ ਜੋ ਆਰਟੀਕਲ 338A ਨੂੰ ਲੈ ਕੇ ਆਈ ਸੀ ਉਸ ਦੇ ਵਿੱਚ 2003 ਦੇ ਵਿੱਚ ਇਹ ਬਾਡੀ ਕਨਸਟੀਟਿਊਸ਼ਨ ਬਾਡੀ ਫਰੇਮ ਹੋਈ ਸੀ। ਠੀਕ ਹੈ ਤੇ ਇਹਦੇ ਪ੍ਰੋਵੀਜ਼ਨਸ ਜੋ ਹਨ ਔਰ ਇਹਦੇ ਸਾਰੇ ਜੋ ਇਹਨਾਂ ਕੋਲ ਪਾਵਰ ਹੁੰਦੀ ਨੇ ਇਹ ਸਭ ਕੁਝ SC ਜੋ ਹੈ ਨੈਸ਼ਨਲ ਕਮਿਸ਼ਨ ਫॉर SC ਵਾਲਾ ਹੀ ਹੁੰਦਾ ਹੈ। ਸੇਮ ਰੀਸੈਂਟਲੀ ਨੈਸ਼ਨਲ ਕਮਿਸ਼ਨ ਫॉर BC ਵੀ ਬਣੀ ਹੈ। ਉਸ ਦਾ ਮਤਲਬ ਪ੍ਰੋਵੀਜ਼ਨਸ ਮੈਨੂੰ ਕਮੈਂਟ ਸੈਕਸ਼ਨ 'ਚ ਦੱਸੋ। ਦੈਟ ਕੁਡ ਆਲਸੋ ਬੀ ਇਨ ਅ ਨਿਊਜ਼। ਓਕੇ ਫਰੈਂਡਸ। ਚਲੋ ਹੁਣ ਅਸੀਂ ਨਿਊਜ਼ਪੇਪਰ ਡਿਸਕਸ ਕਰਦੇ ਹਾਂ ਜਨਵਰੀ 10 2021 और इससे जो इम्पॉर्टेंट न्यूज़ है वो डैट इज़ 10 न्यू बॉर्न डाई इन महाराष्ट्रा's हॉस्पिटल फायर। एक्चुअली इट्स वेरी पेनफुल एंड सैड कि भी मतलब न्यू बॉर्न बेबीज़ एंड इन्फेंट्स की डेथ हो गई सी सफोकेशन करके और ये जस्ट मतलब अग लगन करके शॉर्ट सर्किट ते अग लगन करके हॉस्पिटल दे विच सब होया। सो यहाँ इस दी इंक्वायरी वगैरह चल रही है। स्टेट गवर्नमेंट इज़ क्वाइट एक्टिव ऑन दिस। सो लैट्स सी कि ਅੱਗੇ ਉਹ ਸਟੈਪਸ ਲੈਣਗੇ। ਸੋ ਵੈਕਸੀਨ ਦੇ ਬਾਰੇ ਜੇ ਗੱਲ ਕਰੀਏ ਤੇ ਜਨਵਰੀ 16 ਤੋਂ ਬਾਅਦ ਵੈਕਸੀਨ ਅਕੋਰਡਿੰਗ ਟੂ ਦ ਪਲਾਨ ਵੈਕਸੀਨ ਜੋ ਹੈ ਉਹ ਲੱਗਣੀ ਸ਼ੁਰੂ ਹੋ ਜਾਏਗੀ। ਔਰ ਇਸ ਨਿਊਜ਼ ਦੇ ਵਿੱਚ ਜੋ ਇੱਕ ਡਿਫਰੈਂਟ ਹੀ ਉਹਦੇ ਵਿੱਚ ਐਕਚੁਅਲੀ ਗੱਲ ਕੀਤੀ ਜਾਂਦੀ ਹੈ ਇੱਕ ਐਪ ਦੀ ਡੈਟ ਇਜ਼ ਕੋਵਿਨ ਐਪ। ਕੋਵਿਨ ਐਪ ਦੇ ਵਿੱਚ ਰਜਿਸਟ੍ਰੇਸ਼ਨ ਹੋਏਗੀ ਉਹ ਲੋਕਾਂ ਦੀ ਜਿਨ੍ਹਾਂ ਨੇ ਵੈਕਸੀਨ ਲਗਵਾਣੀ ਹੈ ਦੇ ਆਰ ਵਿਲਿੰਗ ਫॉर द वैक्सीनेशन प्रोसेस राइट। और ये जो कोविन ऐप है एक्चुअली प्राइमरीली डिजिटली है और रियल टाइम इन्फॉर्मेशन देगी वैसे भी जो डॉक्टर्स वगैरह हैं कि भी किन्नी वैक्सीन पई है स्टोरेज च कित्थे है टैंपरेचर की है या किहड़े बेनीफिशरीज ने और डाटा भी करेगी अपडेट बेनीफिशरीज का जिहड़े वैक्सीन्स लगा रहे हैं। सो सच वे दे नाल जो है सारा प्रोसैस चलेगा एट द ग्राउंड लैवल। ਜੇ ਨੈਕਸਟ ਨਿਊਜ਼ ਵੇਖੀਏ ਤੇ ਟਵਿੱਟਰ ਪਰਮਾਨੈਂਟਲੀ ਸਸਪੈਂਡ ਟਰੰਪ ਅਕਾਊਂਟ। ਜਿਵੇਂ ਕਿ ਪਿਛਲੇ ਕੁਝ ਦਿਨਾਂ 'ਚ ਨਿਊਜ਼ ਬਹੁਤ ਜ਼ਿਆਦਾ ਸੀ ਕਿ ਟਰੰਪ ਦੇ ਥੋੜ੍ਹੇ ਜਿਹੇ ਹੀ ਮਤਲਬ ਟਵਿੱਟਰ 'ਤੇ ਇੱਕ ਕਮੈਂਟ ਦੇ ਕਾਰਨ ਜਾਂ ਉਹਨਾਂ ਦੀ ਇੱਕ ਪੋਸਟ ਦੇ ਕਾਰਨ ਕਿੰਨਾ ਜ਼ਿਆਦਾ US ਕੈਪੀਟੋਲ ਦੇ ਵਿੱਚ ਕਿੰਨਾ ਜ਼ਿਆਦਾ ਦੰਗੇ ਵਗੈਰਾ ਹੋਏ ਔਰ ਡੈਥਸ ਵੀ ਹੋਈਆਂ ਸਿਵਿਲਨਸ ਦੀਆਂ, ਪੁਲਿਸ ਆਫਿਸਰਸ ਦੀਆਂ। ਸੋ ਇਹ ਸਭ ਨੂੰ ਦੇਖਦੇ ਹੋਏ ਔਰ ਇਵਨ ਹੁਣ ਰੀਸੈਂਟਲੀ ਟਰੰਪ ਨੇ ਇੱਕ ਟਵੀਟ ਕੀਤਾ ਸੀ ਕਿ ਉਹ ਪ੍ਰੈਜ਼ੀਡੈਂਟ ਜੋ ਰੀਸੈਂਟਲੀ ਇਲੈਕਟ ਹੋਏ ਨੇ ਪ੍ਰੈਜ਼ੀਡੈਂਟ ਉਹਨਾਂ ਦੀ ਇਨੋਗ੍ਰੇਸ਼ਨ ਵੇਲੇ ਸਾਰੇ ਸੈਰੇਮਨੀਜ਼ ਨੂੰ ਅਟੈਂਡ ਨਹੀਂ ਕਰਨਗੇ। ਸੋ ਇਸ ਤਰੀਕੇ ਦੇ ਕਮੈਂਟਸ ਨੂੰ ਟਵੀਟਸ ਨੂੰ ਦੇਖ ਕੇ ਟਵਿੱਟਰ ਨੇ ਡਿਸਾਈਡ ਕੀਤਾ ਹੈ ਕਿ ਉਹ ਟਰੰਪ ਦੇ ਅਕਾਊਂਟ ਨੂੰ ਪਰਮਾਨੈਂਟਲੀ ਹੀ ਸਸਪੈਂਡ ਕਰ ਦੇਣਗੇ।
ਐਂਡ ਈਵਨ ਇੰਪੀਚਮੈਂਟ ਪ੍ਰੋਸੈਸ ਦਾ ਵੀ ਮਤਲਬ ਹੋ ਸਕਦਾ ਹੈ ਕਿ ਇੰਪੀਚਮੈਂਟ ਪ੍ਰੋਸੈਸ ਵੀ ਚੱਲੇ ਟਰੰਪ ਉੱਤੇ। ਸੋ ਯਾ ਯੂ ਵਿਲ ਕਮ ਟੂ ਨੋ ਐਕਚੁਅਲੀ ਹੁਣ ਤੱਕ ਮੇ ਵੀ ਤੁਹਾਨੂੰ ਪਤਾ ਵੀ ਚੱਲ ਗਿਆ ਹੋਏਗਾ ਕਿ ਇੰਪੀਚਮੈਂਟ ਸ਼ੁਰੂ ਹੋਈ ਹੈ ਕਿ ਨਹੀਂ ਹੋਈ, ਵਟ ਐਂਡ ਆਲ, ਬਟ ਸਟਿਲ ਯੂ ਹੈਵ ਟੂ ਮੇਕ ਨੋਟਸ ਇਨ ਦਿਸ ਵੇ। ਸੋ ਜੇ ਅੱਗੇ ਵੇਖੀਏ ਤੇ ਸੱਚ ਕੁਛ ਇੰਪੋਰਟੈਂਟ ਨਿਊਜ਼ ਨਹੀਂ ਹੈ, ਬਟ ਹਾਂਜੀ ਇੱਕ ਹੈ ਕਿ ਪ੍ਰਾਈਵੇਟ ਪਲੇਅਰਸ ਇਨ ਪੰਜਾਬ ਬਾਇੰਗ ਕਾਟਨ ਵੇ ਅਬਵ MSP। ਹਾਂਜੀ ਕਾਫੀ ਦਿਨਾਂ ਤੋਂ ਇਹ ਨਿਊਜ਼ ਹੈ ਕਿ ਕਾਟਨ ਪ੍ਰਾਈਵੇਟ ਜੋ ਹੈ ਪਲੇਅਰਸ ਹਨ ਉਹ ਕਾਟਨ ਨੂੰ ਬੜੀ MSP ਤੋਂ ਵੀ ਉੱਪਰ ਤੇ ਹਾਈ ਪ੍ਰਾਈਸ ਤੇ ਬਾਏ ਕਰ ਰਹੇ ਨੇ। ਰੀਜ਼ਨ ਇਹੀ ਹੈ ਕਿ ਥੋੜਾ ਜਿਹਾ ਉਹਨਾਂ ਨੂੰ ਸ਼ੋ ਕਰਨਾ ਚਾਹੁੰਦੇ ਨੇ ਕਿ ਹਾਂਜੀ ਅਸੀਂ ਬੀਇੰਗ ਪ੍ਰਾਈਵੇਟ ਪਲੇਅਰਸ ਅਸੀਂ ਇੰਨਾ ਬੁਰਾ ਨਹੀਂ ਕਰਾਂਗੇ ਫਾਰਮਰਸ ਦੇ ਨਾਲ, ਐਂਡ ਵੀ ਕੈਨ ਸੇ ਦੇ ਆਰ ਸੈਟਿੰਗ ਦ ਐਗਜ਼ਾਮਪਲ। ਬਟ ਇਸ ਵਿੱਚ ਜੋ ਸਾਨੂੰ ਇੰਪੋਰਟੈਂਟ ਬੋਡੀ ਯਾਦ ਰੱਖਣੀ ਹੈ, ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕੀ ਹਾਂ, ਇਟਸ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਵਿਚ ਇਜ਼ ਐਕਚੁਅਲੀ ਅ ਕੰਪਨੀ ਔਰ ਮਿਨਿਸਟਰੀ ਆਫ ਟੈਕਸਟਾਈਲ ਅੰਡਰ ਆਉਂਦੀ ਹੈ। ਤੇ ਨਾਲ ਦੇ ਨਾਲ ਇਸ ਦਾ ਜੋ ਹੈੱਡਕੁਆਟਰ ਹੈ, ਵੈਸੇ ਮੈਂ ਪ੍ਰੀਵੀਅਸ ਵੀਡੀਓ 'ਚ ਦੱਸਿਆ ਸੀ, ਵੈਸੇ ਤੁਸੀਂ ਕਮੈਂਟ ਸੈਕਸ਼ਨ 'ਚ ਦੱਸੋ ਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਦਾ ਹੈੱਡਕੁਆਟਰ ਕਿੱਥੇ ਹੈ, ਨਹੀਂ ਤੇ ਮੈਂ ਅਗਲੀ ਵੀਡੀਓ 'ਚ ਤੁਹਾਨੂੰ ਦੱਸ ਦਾਂਗੀ। ਵੈਸੇ ਮੇਰੀਆਂ ਪੁਰਾਣੀਆਂ ਵੀਡੀਓਜ਼ ਵੀ ਸੁਣੋ ਫਰੈਂਡਸ, ਮੈਂ ਮੋਸਟਲੀ ਟੌਪਿਕਸ ਜੋ ਨਿਊਜ਼ 'ਚ ਹੈ ਉਹ ਸਾਰੇ ਕਵਰ ਕਰ ਹੀ ਰਹੀ ਹਾਂ, ਔਰ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਰਿਲੇਟ ਕਰ ਲੈਂਦੇ ਹੋ ਔਰ ਕੋਈ ਵੀ ਨਿਊਜ਼ਪੇਪਰ ਫਿਰ ਬਰਡਨ ਨਹੀਂ ਲੱਗਦਾ। ਸੋ ਹਾਂਜੀ ਨੈਕਸਟ ਅਸੀਂ ਇੰਪੋਰਟੈਂਟ ਟੌਪਿਕ ਕਵਰ ਕਰੀਏ, ਦੈਟ ਇਜ਼ ਗਰਾਊਂਡ ਵਾਟਰ ਨੀਅਰ ਪਾਨੀਪਤ ਰਿਫਾਈਨਰੀ ਯੂਨਿਟ ਫॉर ਡਰਿੰਕਿੰਗ। ਐਕਚੁਅਲੀ ਹਾਂਜੀ ਜਿਵੇਂ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਬੋਲਿਆ ਹੈ ਕਿ ਪਾਣੀ ਜੋ ਪਾਨੀਪਤ ਦਾ ਗਰਾਊਂਡ ਵਾਟਰ ਹੈ ਦੈਟ ਇਜ਼ ਨਾਟ ਫਿਟ, ਬਿਕੋਜ਼ ਕਾਫੀ ਜ਼ਿਆਦਾ ਮਤਲਬ ਹੈਵੀ ਮੈਟਲਸ ਉਸ ਤੋਂ ਉਸ 'ਚ ਇੱਕ ਜੋ ਲਿਮਿਟ ਹੁੰਦੀ ਹੈ ਕਿ ਇੰਨੀ ਕੁ ਹੋ ਸਕਦੀ ਹੈ, ਉਸ ਤੋਂ ਅਬਵ ਲਿਮਿਟ ਤੋਂ ਅਬਵ ਹੀ ਉਹ ਮੈਟਲਸ ਮਿਲ ਰਹੇ ਨੇ, ਜੈਸੇ ਆਇਰਨ ਹੋ ਗਿਆ, ਫਲੋਰਾਈਡ ਹੋ ਗਿਆ, ਯੂਰੇਨੀਅਮ ਹੋ ਗਿਆ। ਯੂਰੇਨੀਅਮ ਤੇ ਵੈਸੇ ਵੀ ਪੰਜਾਬ ਦੇ ਪਾਣੀ 'ਚ ਕਈ ਮਤਲਬ ਡਿਸਟ੍ਰਿਕਟਸ 'ਚ ਮਿਲ ਰਿਹਾ ਹੈ, ਪਾਇਆ ਜਾਂਦਾ ਹੈ, ਬਿਕੋਜ਼ ਆਫ ਦਿਸ ਫੈਕਟਰੀ ਐਂਡ ਆਰ ਪੋਲਿਊਸ਼ਨ ਓਨਲੀ। ਸੋ ਹਾਂਜੀ ਤੇ ਇਸ ਕਰਕੇ ਫਿਰ ਥੋੜਾ ਗਰਾਊਂਡ ਵਾਟਰ ਜੋ ਸੈਂਟਰਲ ਗਰਾਊਂਡ ਵਾਟਰ ਬੋਡੀ ਹੈ ਥੋੜੀ ਇੰਪੋਰਟੈਂਟ ਹੋ ਜਾਂਦੀ ਹੈ। ਐਕਚੁਅਲੀ ਇਹ ਜੋ ਬੋਡੀ ਹੈ ਇਹ ਯੂ ਕੈਨ ਸੇ ਇਸਟੈਬਲਿਸ਼ ਹੋਈ ਸੀ 1970 ਦੇ ਵਿੱਚ ਤੇ ਮਿਨਿਸਟਰੀ ਆਫ ਵਾਟਰ ਰਿਸੋਰਸ ਦੇ ਅੰਡਰ ਆਉਂਦੀ ਹੈ। ਇਸ ਦੇ ਨਾਲ ਹੀ ਇੱਕ ਹੋਰ ਇੰਪੋਰਟੈਂਟ ਬੋਡੀ ਹੈ ਸੈਂਟਰਲ ਗਰਾਊਂਡ ਵਾਟਰ ਅਥਾਰਟੀਜ਼, ਠੀਕ ਹੈ, ਤੇ ਉਹ ਜੋ ਬੋਡੀ ਹੈ ਇਨਵਾਇਰਮੈਂਟ ਐਕਟ 1986 ਦੇ ਅੰਡਰ ਹੀ ਇਸਟੈਬਲਿਸ਼ ਹੁੰਦੀ ਹੈ। ਸੋ ਇਸ ਤਰੀਕਾ ਦੇ ਡਿਫਰੈਂਸ ਕਿ ਕਿਤੇ ਬੋਰਡ ਦੀ ਗੱਲ ਕਰ ਰਹੇ ਨੇ ਜਾਂ ਕਿਤੇ ਅਥਾਰਟੀ ਦੀ ਗੱਲ ਕਰ ਰਹੇ ਨੇ, ਇਹ ਚੀਜ਼ ਨੂੰ ਜ਼ਰੂਰ ਤੁਸੀਂ ਆਪਣੇ ਦਿਮਾਗ 'ਚ ਰੱਖੋ ਵਾਈਲ ਰੀਡਿੰਗ ਐਂਡ ਵਾਈਲ ਮੇਕਿੰਗ ਨੋਟਸ, ਡਿਫਰੈਂਸੀਏਸ਼ਨ ਜ਼ਰੂਰ ਕਰਕੇ ਰੱਖੋ ਫਰੈਂਡਸ, ਠੀਕ ਹੈ। ਸੋ ਨੈਕਸਟ ਅਸੀਂ ਜੇ ਦੇਖੀਏ ਤੇ ਐਜ਼ ਸੱਚ ਕੋਈ ਨਿਊਜ਼ ਨਹੀਂ ਹੈ ਹਰਿਆਣਾ ਦੇ ਪੇਜ ਤੇ, ਹਰਿਆਣੇ ਦੇ ਕਾਲਮ ਤੇ, ਔਰ ਪਾਣੀ ਦੀ ਗੱਲ ਹੋ ਰਹੀ ਹੈ ਬਿਕੋਜ਼ ਫਿਰ ਦਿੱਲੀ ਗਵਰਨਮੈਂਟ ਨੇ ਵੀ ਬੋਲਿਆ ਹੈ ਕਿ ਪਾਣੀ ਜੋ ਹੈ ਹਰਿਆਣਾ ਵੱਲੋਂ ਗੰਦਾ ਪਾਣੀ ਦਿੱਲੀ ਵੱਲ ਆ ਰਿਹਾ ਹੈ। ਸੋ ਯਾ ਦੇ ਆਰ ਸਟ੍ਰਿਕਟ ਅਬਾਊਟ ਇਟ ਐਂਡ ਦੇ ਆਰ ਸੇਇੰਗ ਟੂ ਦ ਸੈਂਟਰ ਕਿ ਥੋੜੇ ਸਟੈਪਸ ਲਿੱਤੇ ਜਾਣ। ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਕਾਲਮ 'ਚ ਤੇ ਐਜ਼ ਸੱਚ ਕੋਈ ਇੰਪੋਰਟੈਂਟ ਨਿਊਜ਼ ਨਹੀਂ ਹੈ, ਬਟ ਹਾਂਜੀ ਇਹ ਹੈ ਕਿ 100 UK MPs ਰਾਈਟ ਟੂ ਜੌਨਸਨ ਓਵਰ ਸਟੀਰ। ਮੀਨਸ ਜੋ 100 UK MPs ਨੇ ਉਹਨਾਂ ਨੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਲਿਖਿਆ ਹੈ ਕਿ ਅਸੀਂ ਸਪੋਰਟ ਕਰਦੇ ਹਾਂ ਪੰਜਾਬ ਦੇ ਫਾਰਮਰਸ ਦੀ ਐਜੀਟੇਸ਼ਨ ਨੂੰ, ਤੇ ਤੁਸੀਂ ਵੀ ਇੰਟਰਨੈਸ਼ਨਲ ਲੈਵਲ ਤੇ ਕੁਝ ਸਟੈਪਸ ਚੁੱਕੋ ਔਰ ਆਪਣੇ ਕਾਊਂਟਰ ਪਾਰਟ ਨੂੰ ਨਾਲ ਗੱਲਬਾਤ ਕਰੋ ਸੋ ਦੈਟ ਦੇ ਕੈਨ ਟੇਕ ਸਮ ਗੁੱਡ ਐਕਸ਼ਨਸ ਇਨ ਫੇਵਰ ਆਫ ਦਿਸ ਐਜੀਟੇਸ਼ਨ, ਔਰ ਫਾਰਮਰਸ ਦੇ ਜੋ ਬਿੱਲ ਨਹੀਂ ਹੈ, ਜੋ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ, ਨੀਡਸ ਨੇ, ਉਹਨਾਂ ਦੇ ਬਾਰੇ ਸੋਚੋ। ਐਕਚੁਅਲੀ ਇੱਥੋਂ ਅਸੀਂ ਐਗਜ਼ਾਮਪਲ ਇੱਕ ਕੰਸੀਡਰ ਕਰ ਸਕਦੇ ਹਾਂ ਜਿਹਦੇ ਅਸੀਂ ਆਪਣੇ ਆਨਸਰਸ ਵੀ ਲਿਖ ਲਏ ਹੋਣ ਕਿ ਵੀ ਦੇਖੋ ਇੰਡੀਅਨ ਡਾਇਸਪੋਰਾ ਦੀ ਸਟਰੈਂਥ ਦੀ ਗੱਲ ਕੀਤੀ ਜਾ ਸਕਦੀ ਹੈ ਜਾਂ ਪੰਜਾਬ ਦੇ ਡਾਇਸਪੋਰਾ ਦੀ ਸਟਰੈਂਥ ਦੀ ਗੱਲ ਕੀਤੀ ਜਾ ਸਕਦੀ ਹੈ ਕਿ ਕਿਵੇਂ ਪੰਜਾਬ ਲੈਵਲ ਤੇ ਇੱਕ ਐਜੀਟੇਸ਼ਨ ਹੋ ਰਿਹਾ ਹੈ ਜਾਂ ਫਿਰ ਇੰਡੀਆ ਲੈਵਲ ਤੇ ਇੱਕ ਐਜੀਟੇਸ਼ਨ ਹੋਣ ਦਿਆ, ਬਟ ਹਾਊ ਦੈਟ ਵਰਲਡ, ਦ ਹੋਲ ਵਰਲਡ ਇਜ਼ ਪਾਰਟੀਸਿਪੇਟਿੰਗ ਇਨ ਇਟ, ਰਾਈਟ, ਐਂਡ ਹਰ ਤਰੀਕੇ ਦੇ ਨਾਲ ਸਪੋਰਟ ਮਿਲ ਰਹੀ ਹੈ ਬਿਕੋਜ਼ ਆਰ ਡਾਇਸਪੋਰਾ ਇਜ਼ ਕੁਆਇਟ ਸਪਰੈਡਡ ਓਵਰ ਦ ਵਰਲਡ ਐਂਡ ਪੋਪੂਲੇਸ਼ਨ ਪੈਰਾਮੀਟਰ ਤੇ ਜੇਕਰ ਅਸੀਂ ਇੱਕ ਸਰਵੇ ਦੀ ਵੀ ਗੱਲ ਕਰੀਏ ਤੇ ਇੰਡੀਆ ਦਾ ਐਕਚੁਅਲੀ ਆਈ ਗੈਸ ਕਿ ਟੌਪ ਤੇ ਹੈ, ਫਸਟ ਨੰਬਰ ਤੇ ਹੈ ਕਿ ਇੰਡੀਅਨਸ ਸਭ ਤੋਂ ਜ਼ਿਆਦਾ ਇੰਡੀਅਨਸ ਹੀ ਹਨ ਜੋ ਫੋਰਨ 'ਚ ਸੈਟਲਡ ਹਨ, ਜਿਹਨੂੰ ਅਸੀਂ ਕਹਿ ਸਕਦੇ ਹਾਂ ਇੰਡੀਅਨ ਡਾਇਸਪੋਰਾ ਵੀ ਯੂਜ਼ ਟੂ ਸੇ ਵਰਡ ਦੀ ਸੱਚ ਵਰਡਸ। ਚਲੋ ਜੇਕਰ ਅਸੀਂ ਨੈਕਸਟ ਕਾਲਮ ਤੇ ਜਾਈਏ ਦੈਟ ਇਜ਼ ਹਿਮਾਚਲ ਪ੍ਰਦੇਸ਼, ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੰਪੋਰਟੈਂਟ ਨਿਊਜ਼ ਐ ਸੱਚ ਨਹੀਂ ਹੈ, ਇੱਕ ਹੀ ਹੈ ਕਿ ਉੱਥੇ ਡਿਫਰੈਂਟ ਮਤਲਬ ਮਿਊਨਿਸਪਲ ਕਾਰਪੋਰੇਸ਼ਨਸ 'ਚ ਵੋਟਿੰਗ ਹੋ ਰਹੀ ਨੇ, ਤੇ ਜੇਕਰ ਕੋਈ ਕੋਵਿਡ ਪੋਜ਼ੀਟਿਵ ਹੈ ਤੇ ਉਹ 4 ਵਜੇ ਤੋਂ ਬਾਅਦ ਆਪਣੇ ਮਤਲਬ
ਪਲੇਸ ਤੇ ਜਿੱਥੇ ਵੋਟਸ ਪੈ ਰਹੀਆਂ ਨੇ ਉੱਥੇ ਜਾ ਕੇ ਵੋਟ ਕਰ ਸਕਦਾ ਨੇ। ਜਿਹੜੇ ਇਹੋ ਜਿਹੇ ਵੋਟਿੰਗ ਪ੍ਰੋਸੈਸ ਹੁੰਦੇ ਨੇ ਜਾਂ ਇਹੋ ਜਿਹਾ ਪੋਲਸ ਹੋ ਰਹੇ ਹੁੰਦੇ ਨੇ ਕਿਤੇ, ਤੇ ਉੱਥੇ ਨੋਡਲ ਆਫਿਸਰ ਵੀ ਹੁੰਦੇ ਨੇ ਜਾਂ ਰਿਟਰਨਿੰਗ ਆਫਿਸਰ ਵੀ ਹੁੰਦੇ ਨੇ। ਜੇ ਤੁਸੀਂ ਇਲੈਕਸ਼ਨ ਵਾਲਾ ਚੈਪਟਰ ਕਵਰ ਕੀਤਾ ਹੋਵੇ ਤੇ ਤੁਹਾਨੂੰ ਪਤਾ ਹੋਏਗਾ ਕਿ ਨੋਡਲ ਆਫਿਸਰ ਕੌਣ ਹੁੰਦਾ ਹੈ, ਰਿਟਰਨਿੰਗ ਆਫਿਸਰ ਕੌਣ ਹੁੰਦਾ ਹੈ। ਰਿਟਰਨਿੰਗ ਆਫਿਸਰ ਜਿਵੇਂ SDM ਔਰ DCA ਸਾਰੇ ਹੁੰਦੇ ਨੇ, ਔਰ ਨੋਡਲ ਆਫਿਸਰ ਕੌਣ ਹੁੰਦਾ ਹੈ। ਤੁਸੀਂ ਮੈਨੂੰ ਇਹ ਚੀਜ਼ ਟੌਪਿਕਸ ਨੂੰ ਇਸ ਤਰੀਕੇ ਨਾਲ ਇੱਕ ਜ਼ਰੂਰ ਐਕਸਕਲੂਸਿਵਲੀ ਕਵਰ ਕਰ ਲੈਣਾ। ਇਟਸ ਅ ਸਟੈਟਿਕ ਟੌਪਿਕ ਔਰ ਇਹ ਪੋਲਿਟੀ ਦਾ ਪਾਰਟ ਹੈ। ਸੋ ਜੇ ਨੈਕਸਟ ਚਲੀਏ ਤੇ ਕਸ਼ਮੀਰ ਦੇ ਕਾਲਮ ਦੇ ਵਿੱਚ ਐਸ ਸੱਚ ਕੋਈ ਨਿਊਜ਼ ਨਹੀਂ ਹੈ, ਬਸ ਸਿੰਪਲੀ ਕਸ਼ਮੀਰ 'ਚ ਮਿਨਿਸਟਰਸ ਨੇ ਵਿਜ਼ਿਟ ਕੀਤਾ ਹੈ ਐਂਡ ਦੇ ਆਰ ਐਕਚੁਅਲੀ ਕ੍ਰੀਏਟਿੰਗ ਸਟਰੈਂਥ ਇਨ ਕਸ਼ਮੀਰ ਡਾਇਸਪੋਰਾ, ਔਰ ਉੱਥੇ ਦੇ ਬੱਚਿਆਂ ਦੇ ਵਿੱਚ ਮਤਲਬ ਗੱਲਬਾਤ ਕਰਕੇ ਮਤਲਬ ਹਿੰਮਤ ਉਹਨਾਂ ਦੇ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਾਂਜੀ ਦੇ ਸ਼ੁੱਡ ਲਿਵ ਦੇਅਰ ਡ੍ਰੀਮਸ ਐਂਡ ਵੱਧ ਤੋਂ ਵੱਧ ਕਿਵੇਂ ਪੜ੍ਹਾਈ ਦੇ ਬੇਸਿਸ ਤੇ ਉਹ ਗਰੋ ਕਰ ਸਕਦੇ ਨੇ। ਸੋ ਹਾਂਜੀ, ਹੁਣ ਤੁਸੀਂ ਬਸ ਇੱਕ ਲਾਸਟ ਕਾਲਮ ਤੇ ਆ ਜਾਓ। ਲਾਸਟ ਕਾਲਮ ਤੇ ਕਾਫੀ ਇੰਪੋਰਟੈਂਟ ਨਿਊਜ਼ ਨੇ, ਕਈ ਇੰਪੋਰਟੈਂਟ ਨਿਊਜ਼ ਹੈ। ਸਭ ਤੋਂ ਪਹਿਲੀ ਇੰਪੋਰਟੈਂਟ ਨਿਊਜ਼ ਹੈ ਐਮੀਨੈਂਟ ਇੰਸਟੀਟਿਊਸ਼ਨਸ ਕੈਨ ਨਾਓ ਸੈਟ ਅਪ ਕੈਂਪਸ ਅਬਰੋਡ। ਹੁਣ ਤੁਹਾਨੂੰ ਪਤਾ ਹੋਏਗਾ ਕਿ ਐਮੀਨੈਂਟ ਇੰਸਟੀਟਿਊਟਸ ਹੁੰਦੇ ਨੇ, ਇਹ ਚੁਣੇ ਜਾਂਦੇ ਨੇ ਇੰਸਟੀਟਿਊਟ ਆਫ ਐਮੀਨੈਂਸ, ਔਰ ਜਿੰਨੀਆਂ ਵੀ ਟੌਪ ਯੂਨੀਵਰਸਿਟੀਜ਼ ਨੇ ਜਿਵੇਂ IITs ਹੋ ਗਈਆਂ ਜਾਂ IIMs ਹੋ ਗਈਆਂ, ਉਹ ਐਮੀਨੈਂਟ ਇੰਸਟੀਟਿਊਟਸ ਹੀ ਹਨ। ਤੇ ਇਹਨਾਂ ਕੋਲ ਕਾਫੀ ਪਾਵਰ ਹੁੰਦੀ ਹੈ। UGC ਦੇ ਅੰਡਰ ਜੇ ਗਾਈਡਲਾਈਨਸ ਦੇ ਅੰਡਰ ਦੇਖਿਆ ਜਾਏ ਤੇ ਇਹ ਹੁੰਦਾ ਹੈ ਕਿ ਕੁਝ ਪ੍ਰਪੋਰਸ਼ਨ ਸੀਟਸ ਫਿਕਸ ਕਰ ਸਕਦੇ ਨੇ ਫੋਰਨ ਬੱਚਿਆਂ ਲਈ। ਆਪਣਾ ਸਿਲੇਬਸ ਜੋ ਹੈ ਉਹ ਖੁਦ ਡਿਸਾਈਡ ਕਰ ਸਕਦੇ ਨੇ ਡਿਸਕਸ ਕਰਕੇ। ਇਹੋ ਜਿਹੀ ਕਈ ਪ੍ਰੋਵੀਜ਼ਨਸ ਹੁੰਦੀਆਂ ਇਹਨਾਂ ਕੋਲੋਂ, ਤਾਂ ਹੀ ਇਹ ਹੁੰਦੀ ਨੇ ਇੰਸਟੀਟਿਊਟ ਆਫ ਐਮੀਨੈਂਸ, ਰਾਈਟ। ਤੇ ਹੁਣ UGC ਗਾਈਡਲਾਈਨਸ ਦੇ ਅਕੋਰਡਿੰਗ ਇਹਨਾਂ ਤੋਂ ਅਬਰੋਡ ਆਪਣਾ ਇੱਕ ਕੈਂਪਸ ਬਣਾਉਣ ਦੀ ਵੀ ਪਰਮਿਸ਼ਨ ਦੇ ਦਿੱਤੀ ਗਈ ਹੈ। ਸੋ ਦਿਟਸ ਅ ਪਲੱਸ ਪੁਆਇੰਟ ਫॉर them, ਰਾਈਟ। ਹੁਣ ਮੇਕ ਇਨ ਇੰਡੀਆ PM's ਅਪੀਲ ਟੂ ਡਾਇਸਪੋਰਾ, ਤੁਹਾਨੂੰ ਇਹ ਕਿਉਂ ਨਿਊਜ਼ ਆਈ ਹੈ? ਬਿਕੋਜ਼ 9 ਜਨਵਰੀ ਹਰ ਸਾਲ ਜਾਂ ਇੱਕ ਸਾਲ ਛੱਡ ਕੇ 2 ਸਾਲ ਬਾਅਦ 9 ਜਨਵਰੀ ਪ੍ਰਵੇਸੀ ਭਾਰਤੀ ਦਿਵਸ ਮਨਾਇਆ ਜਾਂਦਾ ਹੈ, PVD ਕਨਵੈਨਸ਼ਨ। ਔਰ ਇਹ ਕਿਉਂ ਹੁੰਦੀ ਹੈ? ਬਿਕੋਜ਼ ਜੋ ਇੰਡੀਆ ਦੇ ਸਭ ਤੋਂ ਵੱਡੇ ਪ੍ਰਵੇਸੀ ਸੀ ਜੋ ਕਿ ਮਹਾਤਮਾ ਗਾਂਧੀ ਹੈ, ਇਸ ਦਿਨ ਸਾਊਥ ਅਫਰੀਕਾ ਤੋਂ ਇੰਡੀਆ ਆਏ ਸੀ, ਠੀਕ ਹੈ। ਤੇ ਇਸ ਕਰਕੇ ਇਸ ਦਿਨ ਨੂੰ ਬਹੁਤ ਜ਼ਿਆਦਾ ਮਨਾਇਆ ਜਾਂਦਾ ਹੈ। ਔਰ ਇਸ ਸਾਲ ਮੇਕ ਇਨ ਇੰਡੀਆ ਦੇ ਬਾਰੇ PM ਨੇ ਔਰ ਸਾਡੇ ਯੂਥ ਨੂੰ ਥੈਂਕਸ ਕੀਤਾ ਹੈ ਕਿ ਦੇ ਹੈਵ ਇਨਵੈਸਟਿਡ ਕੁਆਇਟ ਇਨਫ ਇਨ PM ਕੇਅਰ ਫੰਡ, ਔਰ ਆਪਣੇ ਜੋ ਮਤਲਬ ਇੰਡੀਅਨ ਡਾਇਸਪੋਰਾ ਨੂੰ ਥੈਂਕ ਯੂ ਕੀਤਾ ਐਂਡ ਪਲੱਸ ਆਪਣੀ ਸਪੀਚ ਦੇ ਵਿੱਚ ਹੋਰ ਵੀ ਬਹੁਤ ਕੁਝ ਕਿਹਾ ਹੈ ਔਨ ਦਿਸ ਓਕੇਜ਼ਨ, ਓਕੇ। ਤਾਂ ਤੁਹਾਨੂੰ ਇਲੈਬੋਰੇਟਿਵਲੀ ਦਿਨ ਦਾ ਪਤਾ ਹੋਣਾ ਚਾਹੀਦਾ। ਅੱਗੇ ਚਲੀਏ ਤਾਂ ਅੱਗੇ ਨਿਊਜ਼ ਹੈ ਕੈਬਨਿਟ ਪੈਨਲ ਟੂ ਟੇਕ ਕਾਲ ਔਨ ਅਪਗ੍ਰੇਡਡ ਤੇਜਸ ਸ਼ੁਰੂ ਤੋਂ ਹੀ ਬੜੇ ਟਾਈਮ ਤੋਂ ਹੀ ਬੜੇ ਨਿਊਜ਼ 'ਚ ਸੀ, ਹੁਣ ਉਹਦੀ ਅਪਗ੍ਰੇਡੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਐਂਡ ਤੇਜਸ ਕੀ ਹੈ? ਐਕਚੁਅਲੀ ਇੰਡੀਜੀਨੀਅਸਲੀ ਲਾਈਟ ਕੰਬੈਟ 에ਅਰਕ੍ਰਾਫਟ ਹੈ ਜੋ ਕਿ एरोनॉटिकल डेवलपमेंट एजेंसी ਤੇ हॉल ने मिलके बनाया है, ठीक है। और एक्चुअली मल्टी रोल है, सिंगल इंजन है और इंडिजीनियस है जो कि मेन चीज़ है तेजस ਦੀ। ਔਰ ਇਹਦੇ ਵਿੱਚ ਹੁਣ ਜੋ ਤੁਸੀਂ ਧਿਆਨ 'ਚ ਦੇਖਣਾ ਹੈ ਕਿ ਕੈਬਨਿਟ ਕਮੇਟੀ ਔਨ ਸਿਕਿਉਰਿਟੀ ਨੇ ਇਹ ਚੀਜ਼ ਕਹੀ ਹੈ, ਔਰ ਕੈਬਨਿਟ ਕਮੇਟੀ ਔਨ ਸਿਕਿਉਰਿਟੀ ਦਾ ਹੈਡ ਕੌਣ ਹੁੰਦਾ ਹੈ? ਪ੍ਰਾइम मिनिस्टर, ठीक है। और डिफेंस एक्विजिशन काउंसिल जो है वो फ्रेम करती है आइडिया, अपनी रिक्वायरमेंट्स वगैरह ਨੂੰ ਦੱਸਦੀ ਹੈ, ਔਰ ਫਿਰ ਉਹ ਰਿਕੁਐਸਟ ਐਂਡ ਉਹ ਸਾਰੀ ਚੀਜ਼ ਰੈਟੀਫਾਈ ਜੋ ਹੁੰਦੀ ਹੈ ਉਹ ਕੈਬਨਿਟ ਕਮੇਟੀ ਔਨ ਸਿਕਿਉਰਿਟੀ ਤੋਂ ਹੁੰਦੀ ਹੈ, ਠੀਕ ਹੈ। ਇਸ ਤਰੀਕੇ ਨਾਲ ਪ੍ਰੋਸੈਸ ਚੱਲਦਾ ਹੈ ਐਂਡ ਦੈਨ ਥਿੰਗਸ ਗੋ ਫਰਦਰ। ਜੇਕਰ ਅੱਗੇ ਚਲੀਏ ਤਾਂ ਅੱਗੇ ਜੋ ਬਹੁਤ ਇੰਪੋਰਟੈਂਟ ਨਿਊਜ਼ ਹੈ ਦੈਟ ਇਜ਼ ऑल वुमेन टीम टू मैन सैन फ्रांसिस्को बेंगलुरु फ्लाइट। देखो वुमेन इंपावरमेंट ਤੇ ਬਹੁਤ ਜ਼ਿਆਦਾ ਨਿਊਜ਼ ਔਰ ਬਹੁਤ ਜ਼ਿਆਦਾ ਐਗਜ਼ਾਮਪਲਸ ਰੋਜ਼ ਆਉਂਦੇ ਹੀ ਰਹਿੰਦੇ ਨੇ। ਉਹਨਾਂ ਵਿੱਚੋਂ ਇੱਕ ਤੁਸੀਂ ਕਹਿ ਸਕਦੇ ਹੋ ਕਿ ਆਲ ਵੂਮਨ ਟੀਮ ਮਤਲਬ ਪੂਰਾ ਜੋ ਹਵਾਈ ਜਹਾਜ਼ ਸੀ ਔਰ ਕੋਕਪਿਟ ਦੇ ਵਿੱਚ ਜਿੰਨੀ ਵੀ ਕਰੂ ਸੀ ਉਹ ਸਾਰੀ ਵੂਮਨ ਸੀ, ਔਰ ਉਹਨਾਂ ਨੇ ਫਲਾਈਟ ਨੂੰ ਕਵਰ ਕੀਤਾ ਫਰੋਮ ਸੈਨ ਫਰਾਂਸਿਸਕੋ ਟੂ ਬੈਂਗਲੁਰੂ। ਇਟ ਵਾਜ਼ ਐਕਚੁਅਲੀ ਵਨ ਆਫ ਦੀ ਲੌਂਗੈਸਟ ਫਲਾਈਟ ਏਅਰ ਇੰਡੀਆ ਦੇ ਅੰਡਰ ਜੇ ਕਾਊਂਟ ਕੀਤੀ ਜਾਏ ਤੇ 17 ਆਵਰਸ ਦੀ ਫਲਾਈਟ ਸੀ। ਦੇ ਹੈਡ ਕ੍ਰੀਏਟ ਐਕਚੁਅਲੀ ਮਤਲਬ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਹੈ। ਔਰ ਮੇਨ ਚੀਜ਼ ਇੰਪਾਵਰਮੈਂਟ ਦੀ ਗੱਲ ਕਰੀਏ ਤੇ ਸਾਰੇ ਵੂਮਨ ਸੀ। ਤੁਹਾਨੂੰ ਪਤਾ ਹੈ ਰੀਸੈਂਟਲੀ ਕੁਝ ਦਿਨ ਪਹਿਲਾਂ ਵੀ ਬਹੁਤ ਵੱਡੀ ਨਿਊਜ਼ ਆਈ ਸੀ ਵੂਮਨ ਦੇ ਉੱਤੇ। ਪਹਿਲੀ ਵਾਰ ਵੂਮਨ ਨੂੰ ਇੱਕ ਆਰਮੀ ਦੇ ਵਿੱਚ
ਔਰ ਇੱਕ ਮਤਲਬ ਇਸ ਤਰ੍ਹਾਂ ਦੀ ਇੱਕ ਪੋਜੀਸ਼ਨ ਤੇ ਰਿਕਰੂਟ ਕੀਤਾ ਗਿਆ ਸੀ। ਮੈਨੂੰ ਕਮੈਂਟ ਸੈਕਸ਼ਨ 'ਚ ਦੱਸਿਓ, ਮੈਂ ਪ੍ਰੀਵੀਅਸ ਵੀਡੀਓਜ਼ ਉਹਨਾਂ ਨੂੰ ਬਹੁਤ ਸਹੀ ਤਰ੍ਹਾਂ ਐਕਸਪਲੇਨ ਕਰ ਚੁੱਕੀ ਹਾਂ। ਔਰ ਜੇਕਰ ਅਸੀਂ ਆਪਣੀ ਮਿਨਿਸਟਰ ਆਫ ਸਿਵਲ ਐਵੀਏਸ਼ਨ ਦੀ ਗੱਲ ਕਰੀਏ ਤੇ ਹਰਦੀਪ ਸਿੰਘ ਪੁਰੀ ਉਹਨਾਂ ਦਾ ਨਾਮ ਹੈ। ਕਦੀ ਕਦੀ ਇਹ ਵੀ ਕੁਐਸਚਨ ਆ ਜਾਂਦਾ ਡਾਇਰੈਕਟ, ਸੋ ਵੀ ਕਾਂਟ ਮਿਸ ਐਨੀਥਿੰਗ, ਰਾਈਟ ਫਰੈਂਡਸ। ਸੋ ਹਾਂਜੀ, ਇਹ ਸੀਗਾ ਸਾਡਾ 10th of January 2021 ਦਾ ਨਿਊਜ਼ਪੇਪਰ। ਹੋਪ ਤੁਹਾਨੂੰ ਪਸੰਦ ਆਇਆ ਹੋਏ, ਤੁਹਾਨੂੰ ਸਮਝ ਆਈ ਹੋਏ ਔਰ ਤੁਹਾਨੂੰ ਪਤਾ ਚੱਲਿਆ ਹੋਏ ਕਿ ਕਿਵੇਂ ਨਿਊਜ਼ਪੇਪਰ ਨੂੰ ਸਹੀ ਤਰੀਕੇ ਦੇ ਨਾਲ ਆਪਣੇ ਸਟੈਟਿਕ ਨਾਲ ਕੰਪੇਅਰ ਕਰਕੇ ਔਰ ਐਗਜ਼ਾਮਪਲਸ ਨੂੰ ਵਧੀਆ ਫਰੇਮ ਕਰਕੇ ਅਸੀਂ ਪੜ੍ਹ ਸਕਦੇ ਹਾਂ ਡੇਲੀ ਬੇਸਿਸ ਤੇ ਵਿਦਆਊਟ ਵਰਿੰਗ। ओके फ्रेंड्स, तो चलो थैंक यू फॉर योर सपोर्ट। मेरी वीडियोज़ ਨੂੰ शेयर करो और पूरा सुनिया करो और प्लीज़ थैंक यू फॉर सपोर्ट। थैंक यू।